ਲਾਈਕ ਸੀ ਆਪਾਂ ਕਹਿੰਦੇ ਆ ਪ੍ਰੋਸੀਜਰਲ ਹੈ, ਜਿਸ ਦਿਸ ਮੀਨਸ ਉਸ 'ਚ ਫੰਕਸ਼ਨਸ ਬਣਦੇ ਹੈ। C++ ऑब्जेक्ट ओरिएंटेड है, पार्शियल ऑब्जेक्ट ओरिएंटेड है, जावा फुली ऑब्जेक्ट ओरिएंटेड है। दिस मीनस ऑब्जेक्ट ओरिएंटेड है, दिस मीनस इस की बननगियां क्लासेस बननगियां। दोनों केस दे विच चाहे वो क्लास है चाहे फंक्शन है, इन्हां दी जरूरत की है, जिहड़ा प्राइमरी वर्क है वो आपां कहने एक वड्डे प्रोग्राम नूं जां वड्डी प्रॉब्लम नूं पार्ट्स दे विच डिवाइड करता आपां इन द फॉर्म ऑफ फंक्शनस जां इन द फॉर्म ऑफ क्लासेस। ਜਿਹੜਾ ਪਹਿਲਾ ਇਹਦਾ ਮੇਨ ਮੋਟਿਵ ਹੈ, ਇੱਕ ਵੱਡੀ ਪ੍ਰੋਬਲਮ ਹੈ ਉਸਨੂੰ ਪਾਰਟਸ 'ਚ ਵੰਡ ਲਿਆ, ਕਿਉਂਕਿ ਟੀਮ ਵਰਕ ਕਰਨਾ ਹੈ। ਟੀਮ ਵਰਕ ਸਪੋਜ਼ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਵੀ ਜੇ 5000 ਲਾਈਨਾਂ ਦਾ ਪ੍ਰੋਗਰਾਮ ਹੈ, ਇਹਦਾ ਮਤਲਬ ਇਹ ਨਹੀਂ ਹੈ ਵੀ ਆਪਾਂ ਕਹਾਂਗੇ 1000 ਲਾਈਨਾਂ ਤੂੰ ਟਾਈਪ ਕਰਦੇ, ਪਹਿਲੀਆਂ ਅਗਲੀਆਂ ਮੈਂ ਕਰ ਦੂੰਗਾ, ਅਗਲੀਆਂ ਮੈਂ, ਇੰਝ ਥੋੜ੍ਹੀ ਹੁੰਦਾ। ਆਪਾਂ ਨੂੰ ਇਹ ਨਾ ਅਗਰ ਇੰਨਾ ਕੁ ਵੱਡਾ ਪ੍ਰੋਗਰਾਮ ਹੈ, ਅੰਦਾਜ਼ਨ 5000 ਲਾਈਨਾਂ ਦਾ ਲਾਈਨ ਆਫ ਕੋਡ ਹੈ, ਦਿਸ ਮੀਨਸ ਸਾਨੂੰ ਉਸਨੂੰ ਫੰਕਸ਼ਨ 'ਚ ਇਸ ਤਰੀਕੇ ਡਿਵਾਈਡ ਕਰਨਾ ਪੈਣਾ ਹੈ ਵੀ ਹਰੇਕ ਬੰਦਾ ਆਪਣਾ ਆਪਣਾ ਫੰਕਸ਼ਨ ਬਣਾਇਆ ਵੇ, ਬਾਅਦ 'ਚ ਆਪਾਂ ਉਸਨੂੰ ਕਲੱਬ ਕਰ ਲਾਂਗੇ। ਬਟ ਜਿਹੜੇ ਫੰਕਸ਼ਨਸ ਹੈ ਨਾ, ਇਹ ਇੱਕ ਦੂਜੇ ਤੇ ਡਿਪੈਂਡੈਂਟ ਹੁੰਦੇ ਆ। ਜਿਹੜੇ ਫੰਕਸ਼ਨਸ ਹੈ ਉਹ ਇੱਕ ਦੂਜੇ ਤੇ ਡਿਪੈਂਡੈਂਟ ਹੁੰਦੇ ਆ। ਸੌਫਟਵੇਅਰ ਇੰਜੀਨੀਅਰਿੰਗ ਦਾ ਇੱਕ ਟੌਪਿਕ ਆਉਂਦਾ ਕੋਹੀਜ਼ਨ ਐਂਡ ਕਪਲਿੰਗ। ਕੋਹੀਜ਼ਨ ਐਂਡ ਕਪਲਿੰਗ। ਕਪਲਿੰਗ ਮਤਲਬ ਹੈ ਇੱਕ ਦੂਜੇ ਤੇ ਡਿਪੈਂਡ ਹੋਣਾ। ਇੱਕ ਫੰਕਸ਼ਨ ਜਿਹੜਾ ਦੂਸਰੇ ਤੇ ਕਿੰਨਾ ਡਿਪੈਂਡ ਹੈ ਉਹ ਕੀ ਹੈ, ਉਸਦਾ ਕਪਲਿੰਗ ਆਪਾਂ ਕਹਿੰਦੇ ਆ। ਕੋਹੀਜ਼ਨ ਮਤਲਬ ਹੈ ਇੱਕ ਫੰਕਸ਼ਨ ਆਪਣੇ ਆਪ 'ਚ ਕਿੰਨਾ ਸਟਰੋਂਗ ਹੈ, ਜਿਹੜਾ ਕੋਹੀਜ਼ਨ ਪਾਰਟ ਹੈ ਵੀ ਆਪਣੇ ਆਪ 'ਚ ਕਿੰਨਾ ਕੰਪਲੀਟ ਹੈ। ਹੁਣ ਜਿਹੜੇ ਫੰਕਸ਼ਨ ਪ੍ਰੋਸੀਜਰਲ ਲੈਂਗੁਏਜ ਹੈ ਜਾਂ ਫੰਕਸ਼ਨ ਬੇਸਡ ਹੈ, ਉਸ 'ਚ ਆਪਾਂ ਪੂਰੀ ਤਰ੍ਹਾਂ ਕੋਹੀਜ਼ਨ ਅਚੀਵ ਨਹੀਂ ਕਰ ਪਾਉਂਦੇ, ਕਿਉਂਕਿ ਫੰਕਸ਼ਨ ਇੱਕ ਦੂਜੇ ਤੇ ਡਿਪੈਂਡ ਹੁੰਦਾ ਹੀ ਹੈ। ਆਰਗੂਮੈਂਟ ਪਾਸ ਕਰਨੇ, ਰਿਟਰਨ ਕਰਨਾ, ਠੀਕ ਹੈ। ਜਿਹੜੀ ਕਲਾਸ ਹੈ, ਕਲਾਸ ਇਸੇ ਚੀਜ਼ ਨੂੰ ਦੂਰ ਕਰਦੀ ਹੈ। ਮਤਲਬ ਜਿਹੜਾ ਕਪਲਿੰਗ ਵਾਲਾ ਕੰਸੈਪਟ ਹੈ ਉਹ ਕਲਾਸ ਦੇ ਵਿੱਚ ਘੱਟ ਹੈ। ਮਤਲਬ ਇੱਕ ਕਲਾਸ ਦੂਸਰੇ ਤੇ ਕਲਾਸ ਤੇ ਡਿਪੈਂਡ ਨਹੀਂ ਹੁੰਦੀ ਜਾਂ ਘੱਟ ਹੁੰਦੀ ਹੈ। ਸਿਮਿਲਰਲੀ ਕੋਹੀਜ਼ਨ ਇਸ 'ਚ ਜ਼ਿਆਦਾ ਹੁੰਦੀ ਹੈ, ਮਤਲਬ ਇੱਕ ਕਲਾਸ ਆਪਣੇ ਆਪ 'ਚ ਕੰਪਲੀਟ ਹੁੰਦੀ ਹੈ। ਜਿਹੜੀ ਕੋਹੀਜ਼ਨ ਹੈ ਉਹ ਮੈਕਸਿਮਮ ਹੋਣੀ ਚਾਹੀਦੀ ਹੈ, ਜਿਹੜੀ ਕਪਲਿੰਗ ਹੈ ਉਹ ਮਿਨੀਮਮ ਹੋਣੀ ਚਾਹੀਦੀ ਹੈ। ਫੰਕਸ਼ਨ ਦੇ ਕੇਸ ਦੇ ਵਿੱਚ ਇਹ ਚੀਜ਼ ਅਚੀਵ ਕਰਨੀ ਕਾਫੀ ਮੁਸ਼ਕਿਲ ਸੀ, ਕਲਾਸ ਦੇ ਵਿੱਚ ਇਹ ਈਜ਼ੀਲੀ ਅਚੀਵ ਹੋ ਜਾਂਦੀ ਹੈ। ਮਤਲਬ ਕਲਾਸ ਕੋਹੀਜ਼ਨ ਮਤਲਬ ਇੱਕ ਕਲਾਸ ਆਪਣੇ ਆਪ 'ਚ ਕੰਪਲੀਟ ਹੋਣੀ ਚਾਹੀਦੀ ਹੈ। ਜਿੰਨੇ ਵੀ ਫੰਕਸ਼ਨ ਹੈ, ਜਿੰਨੇ ਵੀ ਮੈਥਡਸ ਹੈ, ਜਿੰਨੇ ਵੀ ਵੇਰੀਏਬਲ ਹੈ, ਉਹ ਕਲਾਸ ਦੇ ਅੰਦਰ ਹੀ ਹੋਣ। ਸਿਮਿਲਰਲੀ ਇੱਕ ਕਲਾਸ ਦੂਸਰੀ ਕਲਾਸ ਤੇ ਨਾ ਡਿਪੈਂਡੈਂਟ ਹੋਵੇ ਜਾਂ ਲੀਸਟ ਡਿਪੈਂਡੈਂਟ ਹੋਵੇ। ਕਲੀਅਰ ਹੈ? ਕਲਾਸਿਸ ਦਾ ਇਹੀ ਮੇਨ ਮੋਟਿਵ ਹੈ। ਮਤਲਬ ਇੱਕ ਪ੍ਰੋਗਰਾਮ ਨੂੰ ਪਾਰਟਸ ਦੇ ਵਿੱਚ ਤਾਂ ਵੰਡਤਾ ਹੈ, ਪਲੱਸ ਇੱਕ ਪਾਰਟ ਦੂਸਰੇ ਤੇ ਡਿਪੈਂਡੈਂਟ ਨਹੀਂ ਹੈ ਜਾਂ ਘੱਟ ਹੈ ਡਿਪੈਂਡੈਂਟ। ਜਿਵੇਂ ਆਪਾਂ ਕਹਿੰਦੇ ਇੱਕ ਫੈਕਟਰੀ ਹੈ, ਕੋਈ ਕਾਰ ਬਣਾਉਣ ਵਾਲੀ ਫੈਕਟਰੀ ਹੈ। ਇੱਕ ਕਾਰ, ਜੇ ਕੋਈ ਕਾਰ ਹੈ, ਸਪੋਜ਼ ਹੁੰਡਾਈ ਦੀ ਕੋਈ ਕਾਰ ਹੈ ਜਾਂ ਮਾਰੂਤੀ ਦੀ ਹੈ, ਬਰੇਜ਼ਾ ਹੈ, ਇਹ ਨਹੀਂ ਵੀ ਇੱਕ ਫੈਕਟਰੀ 'ਚ ਸਾਰੀ ਕਾਰ ਇੱਕੋ ਜਗ੍ਹਾ ਬਣੀ ਜਾਂਦੀ ਹੈ। ਟਾਇਰ ਕਿਤੇ ਹੋਰ ਬਣ ਰਿਹਾ, ਇੰਜਨ ਕਿਤੇ ਹੋਰ ਬਣ ਰਿਹਾ, ਸੀਟ ਕਿਤੇ ਹੋਰ ਬਣ ਰਿਹਾ, ਪੇਂਟ ਕਿਤੇ ਹੋਰ ਹੋ ਰਿਹਾ ਚੀਜ਼ਾਂ, ਠੀਕ ਹੈ ਨਾ, ਅਸੈਂਬਲ ਕਿਤੇ ਹੋਰ ਹੋ ਰਿਹਾ। ਇਹ ਚੀਜ਼ ਜਿਹੜੀ ਹੈ ਇਹ ਉਹੀ ਪਾਰਟ ਹੈ ਵੀ ਆਪਾਂ ਇੱਕ ਵੱਡੀ ਪ੍ਰੋਬਲਮ ਨੂੰ ਪਾਰਟਸ 'ਚ ਵੰਡਤਾ। ਪਰ ਜਿੱਥੇ ਪੇਂਟ ਹੋ ਰਿਹਾ ਉੱਥੇ ਸਾਰੀ ਗੱਡੀ ਇਕੱਠੀ ਹੀ ਪੇਂਟ ਹੋਣੀ ਚਾਹੀਦੀ ਹੈ। ਪੇਂਟ ਵਾਲੇ ਪਾਰਟ ਨੂੰ ਆਪਾਂ ਡਿਵਾਈਡ ਨਹੀਂ ਕਰਨਾ ਹੈ ਵੀ ਅੱਧੀ ਗੱਡੀ ਕਿਤੇ ਹੋਰ ਪੇਂਟ ਹੋ ਰਹੀ ਹੈ, ਅੱਧੀ ਕਿਤੇ ਹੋਰ ਪੇਂਟ ਹੋ ਰਹੀ ਹੈ। ਜਿੱਥੇ ਸੀਟਾਂ ਬਣ ਰਹੀਆਂ, ਅਗਲੀਆਂ ਪਿਛਲੀਆਂ ਸੀਟਾਂ ਸਾਰੀ ਇੱਕ ਜਗ੍ਹਾ ਹੀ ਬਣੇ। ਇਹ ਨਾ ਹੋਵੇ ਅਗਲੀਆਂ ਸੀਟਾਂ ਕਿਤੇ ਹੋਰ, ਪਿਛਲੀਆਂ ਕਿਤੇ ਹੋਰ, ਕਿਉਂਕਿ ਇੱਕ ਦੂਜੇ ਤੇ ਡਿਪੈਂਡੈਂਟ ਹੋ ਜਾਣਗੇ ਫਿਰ। ਠੀਕ ਹੈ ਨਾ? ਜਿਹੜਾ ਪਾਰਟ 'ਚ ਡਿਵਾਈਡ ਜ਼ਰੂਰ ਕਰਨੀ ਹੈ ਪ੍ਰੋਬਲਮ, ਪਰ ਹਰੇਕ ਪਾਰਟ ਆਪਣੇ ਆਪ 'ਚ ਕੰਪਲੀਟ ਹੋਣਾ ਚਾਹੀਦਾ। ਇਸ ਤਰੀਕੇ ਡਿਵਾਈਡ ਕਰਨਾ ਹੈ ਜਾਂ ਘੱਟ ਡਿਪੈਂਡੈਂਟ ਹੋਣਾ ਚਾਹੀਦਾ ਇੱਕ ਦੂਜੇ ਤੇ। ਜੋ ਕਲਾਸ ਦਾ ਮੇਨ ਮੋਟਿਵ ਇਹ ਹੈ ਵੀ ਇੱਕ ਵੱਡੀ ਪ੍ਰੋਬਲਮ ਨੂੰ ਪਾਰਟਸ ਦੇ ਵਿੱਚ ਡਿਵਾਈਡ ਕਰਨਾ ਹੈ ਤੇ ਹਰੇਕ ਪਾਰਟ ਜੋ ਹੈ ਉਹ ਇੰਡੀਵਿਜੂਅਲੀ ਇੰਪਲੀਮੈਂਟ ਕੀਤਾ ਜਾ ਸਕੇ। ਸੋ ਅੱਜ ਦਾ ਆਪਣਾ ਟੌਪਿਕ ਹੈ ਜਾਵਾ ਦੇ ਵਿੱਚ ਆਪਾਂ ਕਲਾਸ ਕਰਾਂਗੇ ਸਟਾਰਟ। ਜਾਵਾ ਦਾ ਕੋਈ ਵੀ ਪ੍ਰੋਗਰਾਮ ਹੈ, ਲਾਈਕ ਆਪਾਂ ਨੂੰ ਪਤਾ ਹੈ ਬਿਨਾਂ ਕਲਾਸ ਤੋਂ ਬਣ ਨਹੀਂ ਸਕਦਾ ਹੈ। ਪਬਲਿਕ, ਸਟੈਟਿਕ, ਵੋਇਡ, ਮੇਨ, ਸਟ੍ਰਿੰਗ ਆਰਗੂਮੈਂਟ, ਇਹ ਫੰਕਸ਼ਨ ਹੈ ਆਪਣਾ ਮੇਨ ਫੰਕਸ਼ਨ, ਜਿਵੇਂ C++ 'ਚ ਹੁੰਦਾ ਹੈ। ਉਹ ਵੀ ਚੀਜ਼ ਆਪਣੀ ਕਿਸ ਦੇ ਵਿੱਚ ਆਊਗੀ? ਇੱਕ ਕਲਾਸ ਦੇ ਵਿੱਚ ਆਊਗੀ। ਕਲਾਸ XYZ, C ਸਮਾਲ ਰੱਖਣਾ, ਕਲਾਸ ਇਜ਼ ਏ ਕੀਵਰਡ। ਹੁਣ ਇਹ XYZ ਕਲਾਸ ਹੈ ਜੋ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ। ਇੱਕ ਪ੍ਰੋਗਰਾਮ ਦੇ ਵਿੱਚ ਇੱਕ ਤੋਂ ਜ਼ਿਆਦਾ ਕਲਾਸਿਸ ਹੋ ਸਕਦੀਆਂ। ਜਿਵੇਂ ਸਪੋਜ਼ ਹੁਣ ਆਪਾਂ ਇੱਕ ਕਲਾਸ ਬਣਾਈਏ, ਕਲਾਸ ਟੈਸਟ। ਉਸ 'ਚ ਮੇਰਾ ਫੰਕਸ਼ਨ ਹੈ, ਇੱਕ ਫੰਕਸ਼ਨ ਬਣਾ ਲਈਏ ਮੇਨ
स्ट्रिंग आर्गूमेंट। एक फंक्शन होर बना लिया इस दे विच मैं void। जावा दे विच फंक्शन नूं मैथड बोलते हैं, ठीक है ना। एक मैथड होर बना लिया मैथड 1। यह चीज़ जिवें C++ करते सी, एक क्लास दे विच एक तो ज़्यादा मैथड हो सकते हैं। क्लीयर है। अब पहले इन्ना की प्रोग्राम बना के देखते हैं। लाइक आप थोड़ी जी इस आपां नूं कन्फ्यूजन दूर होगी। आप लाइक सिंपल करते हैं प्रोग्राम, स्कैनर की जरूरत नहीं हले, सिंपल एग्जीक्यूशन करके देखते हैं। पब्लिक स्टैटिक वॉइड मेन मैथड। इस दे विच मैं एक बना लिया वॉइड मैथड 1। इस दे विच मैं लिख लिया दिस इज ए मैथड 1। हुण एक अपनी क्लास है XYZ, उस दे विच एक आपां फंक्शन बना लिया पब्लिक स्टैटिक वॉइड मेन, एक आपां बना लिया मैथड 1। प्रोग्राम का नाम की अपना XYZ। इस नूं रन करते हैं आपां, कंपाइल करिए जावा सी xyz.java, दैन जावा XYZ। जो जावा XYZ करांगे इत्थे की प्रिंट हो गया अपना मेन मैथड। आपां ये भी चलाना है जो नीचे वाला मैथड है, दूसरा मैथड बनाया आपां मैथड 1। दिस मीनस ये मैथड आपां नूं इत्थे कॉल करना पैना है मैथड 1, जो आपां C++ च कर सकते सी, ਜਾਂ C++ च आपां कर सकते सी। अगर क्लास बनाई तो आपां एक क्लास दे विच इको ही क्लास है, फर्स्ट क्लास है XYZ, उस दे विच पब्लिक स्टैटिक वॉइड मेन है, उस मैथड 1 नूं आपां कॉल कर लिया। इस देखो एरर की आ रहा अपना मैथड 1 इज ए नॉन स्टैटिक मैथड। लाइक मेन की है, फर्स्ट लेक्चर च आपां डिस्कस किया सी स्टैटिक। स्टैटिक मैथड का फायदा की है, वो विदाउट ऑब्जेक्ट चल सकता है। हुण मैथड 1 स्टैटिक नहीं है, दिस मीनस ये विदाउट ऑब्जेक्ट नहीं चल सकता। अगर आप मैथड 1 नूं एग्जीक्यूट करना है दैन आपां नूं इस नूं ऑब्जेक्ट के थ्रू ही एग्जीक्यूट किया जा सकता है। आपां एक देखते हैं इस दे विच लाइक एक अपनी क्लास है, क्लास फर्स्ट एक क्लास है, इस दे विच कोई मैथड है M1 M2 कोई मैथड्स पे है अपने। इस क्लास दे अगर आप मैथड्स यूज करने हैं M1 M2 तो सानू इस क्लास का ऑब्जेक्ट बनाना पैना। इसका ऑब्जेक्ट किवें बनावांगे? फर्स्ट क्लास का फर्स्ट उसका ऑब्जेक्ट एक तरह का रैफरेंस क्रिएट होंदा है। ऑब्जेक्ट दे विच आपां एक मैमरी पानी है विद द हेल्प ऑफ न्यू ऑपरेटर फर्स्ट दिस। ये फर्स्ट की एक कंस्ट्रक्टर है, ये फर्स्ट की है क्लास है, ये ऑब्जेक्ट है, न्यू की है कीवर्ड है मैमरी एलोकेट करने के लिए। जो आप फर्स्ट ऑब्जेक्ट लिखा इसका मतलब की है एक OBJ क्रिएट हो गया, ऑब्जेक्ट क्रिएट हो गया, रैफरेंस क्रिएट हो गया, उसनों कोई हले क्लास की मैमरी नहीं मिली जिन्नी क्लास नूं चाहिए सी। सपोज इस क्लास नूं फर्स्ट क्लास नूं 20 बाइट चाहिए है, हले उन्होंने 20 बाइट्स नहीं मिले। जो आप लिखे न्यू फर्स्ट का मतलब है एक ब्लॉक रिजर्व कर लिया मैमरी का कितना जिन्ना फर्स्ट क्लास के ऑब्जेक्ट नूं चाहिए या फर्स्ट नूं चाहिए, यानी कि 20 बाइट्स। 20 बाइट्स का एक ब्लॉक रिजर्व कर लिया या ब्लॉक क्रिएट कर लिया विद द हेल्प ऑफ न्यू ऑपरेटर। इस ब्लॉक का रैफरेंस किस पास किया आपां इस ऑब्जेक्ट दे विच, मतलब हुण जिहड़ा यह ऑब्जेक्ट है वो यही ब्लॉक है, इस ब्लॉक नूं रिप्रजेंट कर रहा है। लाइक जावा च आपां कहने पॉइंटर्स हुंदे नहीं, इस करके नहीं हुंदे क्योंकि इस च जरूरत नहीं पैंदी।
ਕਿਉਂਕਿ ਪੁਆਇੰਟਰ ਆਪਾਂ C++ ਚ ਕੀਤੇ ਸੀ ਜਾਂ C ਚ ਕੀਤੇ ਸੀ ਵਿਦ ਰੈਫਰੈਂਸ ਦੇ ਲਈ, ਮੈਮਰੀ ਐਲੋਕੇਸ਼ਨ ਦੇ ਲਈ, ਡਾਇਨਾਮਿਕ ਮੈਮਰੀ ਐਲੋਕੇਸ਼ਨ ਦੇ ਲਈ। ਜਿਹੜਾ ਜਾਵਾ ਆ, ਜਾਵਾ ਦੇ ਵਿੱਚ ਜਦੋਂ ਆਪਾਂ ਆਬਜੈਕਟਸ ਕ੍ਰੀਏਟ ਕਰਦੇ ਹਾਂ, ਕਲਾਸਿਸ ਪਾਸ ਕਰਦੇ ਹਾਂ ਇੱਕ ਫੰਕਸ਼ਨ ਤੋਂ ਦੂਸਰੇ ਫੰਕਸ਼ਨ 'ਚ, ਉਹ ਬਾਏ ਰੈਫਰੈਂਸ ਹੀ ਪਾਸ ਹੁੰਦੀਆਂ ਬਾਏ ਡਿਫਾਲਟ। ਠੀਕ ਹੈ ਨਾ, ਜਦੋਂ ਬਾਏ ਰੈਫਰੈਂਸ ਹੀ ਪਾਸ ਹੋ ਰਹੀਆਂ ਦਿਸ ਮੀਨ ਸਾਨੂੰ ਕੰਸਟਰਕਟਰ ਦੀ ਜ਼ਰੂਰਤ ਹੀ ਨਹੀਂ ਹੈ, ਸੌਰੀ ਪੁਆਇੰਟਰ ਦੀ ਜ਼ਰੂਰਤ ਹੀ ਨਹੀਂ ਹੈ। ਠੀਕ ਹੈ, ਇਸ 'ਚ ਪੁਆਇੰਟਰਸ ਇਸ ਕਰਕੇ ਨਹੀਂ ਜ਼ਰੂਰਤ ਕਿਉਂਕਿ ਇਸ 'ਚ ਪੁਆਇੰਟਰ ਦੀ ਪੁਆਇੰਟ ਜਿਹੜੇ ਆਬਜੈਕਟ ਕ੍ਰੀਏਟ ਹੁੰਦੇ ਆ ਵਿਦ ਰੈਫਰੈਂਸ ਹੀ ਚੱਲਦੇ ਆ। ਇਹ ਕਲਾਸ ਹੈ ਜਿਹੜਾ ਇਹ ਹੈ, ਇਹ ਕੀ ਹੈ, ਕੰਸਟਰਕਟਰ ਹੈ। ਕੰਸਟਰਕਟਰ ਆਪਾਂ ਨੂੰ ਪਤਾ ਹੈ ਜਿਸ ਦਾ ਨੇਮ ਕੀ ਹੋਵੇ, ਕਲਾਸ ਨੇਮ ਵਾਲਾ ਫੰਕਸ਼ਨ ਮੈਥਡ, ਉਹ ਮੈਥਡ ਜਿਸ ਦਾ ਨੇਮ ਕਲਾਸ ਨੇਮ ਵਾਲਾ ਹੋਵੇ ਉਸ ਨੂੰ ਆਪਾਂ ਕੰਸਟਰਕਟਰ ਬੋਲਦੇ ਆ। ਜਾਵਾ ਦੇ ਵਿੱਚ ਕੰਸਟਰਕਟਰ ਜੋ ਹੈ ਜਾਵਾ ਕੰਪਾਈਲਰ ਆਪਣੇ ਆਪ ਕ੍ਰੀਏਟ ਕਰ ਦਿੰਦਾ ਹੈ ਜਦੋਂ ਅਸੀਂ ਉਸ ਕਲਾਸ ਨੂੰ ਕੰਪਾਈਲ ਕਰਦੇ ਹਾਂ। ਲਾਈਕ ਆਪਾਂ ਫਸਟ ਕਲਾਸ ਦੇ ਵਿੱਚ ਕੋਈ ਕੰਸਟਰਕਟਰ ਨਹੀਂ ਬਣਾਇਆ, ਜਦੋਂ ਆਪਾਂ ਇਸ ਨੂੰ ਕੰਪਾਈਲ ਕਰਾਂਗੇ ਫਸਟ ਕਲਾਸ ਦਾ ਕੰਸਟਰਕਟਰ ਜਾਵਾ ਕੰਪਾਈਲਰ ਆਪਣੇ ਆਪ ਕ੍ਰੀਏਟ ਕਰਦਾ ਹੈ ਸੋ ਦੈਟ ਉਹ ਮੈਮਰੀ ਨੂੰ ਐਲੋਕੇਟ ਕਰ ਸਕੇ। ਇਹੀ ਚੀਜ਼ ਆਪਾਂ ਨੂੰ ਇਸ 'ਚ ਜ਼ਰੂਰਤ ਪਊਗੀ। ਹੁਣ ਆਪਾਂ ਇਹ m1 ਕਾਲ ਕਰਨਾ ਹੈ ਫੰਕਸ਼ਨ, ਜਿਵੇਂ ਮੈਥਡ ਇਸ ਦਾ, ਤਾਂ ਆਪਾਂ ਕਿਵੇਂ ਕਾਲ ਕਰਾਂਗੇ, ਆਬਜੈਕਟ ਡਾਟ m1, ਕਿਉਂਕਿ ਇਹ ਮੈਥਡ ਜੋ ਹੈ ਇਹ ਸਟੈਟਿਕ ਨਹੀਂ ਹੈ, ਆਪਾਂ ਇਸ ਨੂੰ ਨॉन ਸਟੈਟਿਕ ਬਣਾਇਆ। ਨੈਕਸਟ ਅੱਗੇ ਜਾ ਕੇ ਆਪਾਂ ਸਟੈਟਿਕ ਵੇਰੀਏਬਲਸ ਕਰਾਂਗੇ, ਉਦੋਂ ਇਹ ਚੀਜ਼ ਕਲੀਅਰ ਹੋਊਗੀ ਵੀ ਆਪਾਂ ਉਸ ਨੂੰ ਕਿਵੇਂ ਯੂਜ਼ ਕਰ ਸਕਦੇ ਹਾਂ ਵਿਦਆਊਟ ਸਟੈਟਿਕ। ਹੁਣ ਆਪਾਂ ਇਹ ਦੇਖਦੇ ਹਾਂ, ਇਸ ਕਲਾਸ ਦੇ ਵਿੱਚ ਆਪਾਂ ਮੈਥਡ ਯੂਜ਼ ਕਰਨਾ ਹੈ ਮੈਥਡ 1। ਦਿਸ ਮੀਨਸ ਮੈਨੂੰ ਕਿਸ ਕਲਾਸ ਦਾ ਆਬਜੈਕਟ ਚਾਹੀਦਾ, XYZ, ਕਿਉਂਕਿ ਕਿਸ ਕਲਾਸ 'ਚ ਬਣਿਆ ਹੋਇਆ ਮੈਥਡ 1 ਇਹ XYZ ਦੇ ਵਿੱਚ। ਹੁਣ ਇੱਥੇ ਕਨਫਿਊਜ਼ ਨਹੀਂ ਹੋਣਾ ਵੀ ਮੇਨ ਜੋ ਹੈ ਉਹ ਵੀ XYZ 'ਚ, ਕੋਈ ਪ੍ਰੋਬਲਮ ਵਾਲੀ ਗੱਲ ਨਹੀਂ। ਆਪਾਂ ਸੇਮ ਕਲਾਸ ਦਾ ਆਬਜੈਕਟ ਕ੍ਰੀਏਟ ਕਰ ਸਕਦੇ ਹਾਂ, obj is equal to new XYZ, then obj dot method 1 means ਇਸ ਮੈਥਡ ਨੂੰ ਆਪਾਂ ਆਬਜੈਕਟ ਦੇ ਥਰੂ ਚਲਾਉਣਾ ਹੈ। ਜਿਵੇਂ ਆਪਣਾ ਆਬਜੈਕਟ ਕ੍ਰੀਏਟ ਕੀਤਾ ਹੈ ਉਸ ਦੇ ਅਕੋਰਡਿੰਗ ਹੀ ਆਪਾਂ ਉਸ ਨੂੰ ਐਗਜ਼ੀਕਿਊਟ ਕਰਾਂਗੇ। ਹੁਣ ਇਹ ਕਰਕੇ ਦੇਖਦੇ ਹਾਂ ਆਪਾਂ ਇੱਥੇ। हेलो सर। हाँ जी सर एक चीज़ पूछनी थी। हाँ जी हाँ जी कि जब हम लोगों ने कहा कि आपने कहा था कि फर्स्ट क्लास को ऑटोमेटिकली जो है मेमोरी एलोकेट हो जाती है। फर्स्ट क्लास को मतलब हम जब ये XYZ हम लोगों ने क्रिएट करी थी, हाँ, तब हाँ. हमने सर पहले तो कभी भी हम लोगों ने ऑब्जेक्ट डिक्लेयर नहीं करा था, बट इट वाज स्टिल रनिंग, क्योंकि मेन फंक्शन 'ਚ ਆਪਾਂ ਕੰਮ ਕੀਤਾ ਸੀ। मेन फंक्शन विदाउट ऑब्जेक्ट चल सकता है। हाँ जी सर। ठीक तो है, अब हमें यहाँ पे दूसरा फंक्शन जनरेट करने के लिए मतलब ये क्यों जरूरत पड़ रही है ऑब्जेक्ट क्रिएट करने की? क्योंकि ये स्टैटिक नहीं है, ये स्टैटिक नहीं ना है। ਜਦੋਂ ਜੇ स्टैटिक ਬਣਾ ਲਈਏ, ਹਾਂ स्टैटिक ਬਣਾ ਲਈਏ ਫਿਰ ਇਹ ਵਿਦਾਊਟ ਆਬਜੈਕਟ ਚੱਲੂਗਾ। ਠੀਕ ਹੈ ਨਾ, ਉਹ ਆਪਾਂ ਅੱਗੇ ਜਾ ਕੇ ਕਰਾਂਗੇ ਹਲੇ ਸਟੈਟਿਕ ਦੇ ਵਿੱਚ, ਫਿਰ ਆਪਾਂ ਨੂੰ ਆਬਜੈਕਟ ਬਣਾਉਣ ਦੀ ਜ਼ਰੂਰਤ ਨਹੀਂ ਪਊਗੀ। ਠੀਕ ਹੈ ਨਾ, ਇਸ ਨੂੰ ਆਪਾਂ ਇਸ ਨੂੰ ਅਲੱਗ ਕਲਾਸ 'ਚ ਕਰ ਲਾਂਗੇ, ਫਿਰ ਥੋੜਾ ਜਿਹਾ ਹੋਰ ਕਲੀਅਰ ਹੋ ਜਾਊਗਾ। ਫਿਲਹਾਲ ਆਪਾਂ ਕੇਵਲ ਆਪਾਂ ਇਸ ਨੂੰ ਰਨ ਕਰਕੇ ਦੇਖਦੇ ਹਾਂ, ਹੈ ਨਾ। ਪ੍ਰੋਗਰਾਮ ਕੰਪਾਈਲ ਕੀਤਾ ਜਾਵਾ ਸੀ xyz.java, ਦੈਨ ਆਪਾਂ ਇਸ ਨੂੰ ਰਨ ਕਰੀਏ ਜਾਵਾ xyz। ਹੁਣ ਕੀ ਆ ਗਿਆ, ਮੇਨ ਮੈਥਡ ਤੇ ਆਬਜੈਕਟ ਡਾਟ ਮੈਥਡ 1। ਠੀਕ ਹੈ ਨਾ, ਦਿਸ ਇਜ਼ ਏ ਮੈਥਡ 1। ਹੁਣ ਉਹ ਪ੍ਰੋਬਲਮ ਨਹੀਂ ਆਈ। ਹੁਣ ਮਤਲਬ ਜਦੋਂ ਆਪਾਂ ਮੈਥਡ ਚਲਾਉਣਾ ਆ ਤਾਂ ਆਪਾਂ ਉਸ ਨੂੰ ਆਬਜੈਕਟ ਦੇ ਥਰੂ ਹੀ ਚਲਾਵਾਂਗੇ। ਅਗਰ ਆਪਾਂ ਇਸ ਨੂੰ ਥੋੜਾ ਸਿੰਪਲੀਫਾਈ ਕਰਨਾ ਹੈ, ਅਗਰ ਥੋੜੀ ਜਿਹੀ ਕਨਫਿਊਜ਼ਨ ਹੋ ਰਹੀ ਹੈ, ਫਿਲਹਾਲ ਚਲੋ ਇਸ ਨੂੰ ਇੱਕ ਵਾਰ ਰਿਵਾਈਜ਼ ਕਰ ਲੈਂਦੇ ਹਾਂ, ਬਾਅਦ 'ਚ ਇਸ ਨੂੰ ਸਿੰਪਲੀਫਾਈ ਕਰਦੇ ਹਾਂ। ਇੱਕ ਤਾਂ ਮੇਨ ਹੈ, ਮੇਨ ਤਾਂ ਹੈਗਾ ਸਟੈਟਿਕ, ਉਹਦਾ ਵਿਦਾਊਟ ਆਬਜੈਕਟ ਐਗਜ਼ੀਕਿਊਟ ਹੋ ਗਿਆ। ਠੀਕ ਹੈ ਨਾ, ਐਂਟਰੀ ਪੁਆਇੰਟ ਹੈ ਜਿਵੇਂ ਆਪਾਂ ਡਿਸਕਸ ਕੀਤਾ ਸੀ ਲੈਕਚਰ 1 'ਚ, ਆਟੋਮੈਟਿਕਲੀ ਚੱਲ ਰਿਹਾ, ਵਿਦਾਊਟ ਆਬਜੈਕਟ ਚੱਲ ਰਿਹਾ। ਉਸਨੇ ਆਪਣਾ ਮੈਥਡ ਪ੍ਰਿੰਟ ਕਰਤਾ ਹੈ ਮੇਨ ਮੈਥਡ। ਜਦੋਂ ਮੈਂ ਮੈਥਡ 1 ਕਾਲ ਕੀਤਾ ਹੈ, ਮੈਥਡ 1 ਜੋ ਹੈ ਹੁਣ ਇਹ ਜੋ ਹੈ ਸਟੈਟਿਕ ਨਹੀਂ ਹੈ, ਇਹ ਨॉन ਸਟੈਟਿਕ ਹੈ। ਲਾਈਕ ਇੱਥੇ ਆ ਗਿਆ ਨॉन ਸਟੈਟਿਕ ਮੈਥਡ 1 ਕੈਨ ਨੋਟ ਬੀ ਰੈਫਰੈਂਸਡ ਫਰੋਮ ਏ ਸਟੈਟਿਕ ਕੰਟੈਕਸਟ ਮੈਥਡ। ਹੁਣ ਜਿਹੜਾ ਮੇਨ ਹੈ ਇਹ ਸਟੈਟਿਕ ਹੈ, ਜਿਹੜਾ ਮੈਥਡ 1 ਹੈ ਇਹ ਨॉन ਸਟੈਟਿਕ ਹੈ, ਇਸ ਕਰਕੇ ਨਹੀਂ ਐਗਜ਼ੀਕਿਊਟ ਹੋ ਰਿਹਾ। ਇੱਕ ਚੀਜ਼ ਹੋਰ, ਅਗਰ ਮੈਂ ਕੋਈ ਹੋਰ ਮੈਥਡ ਬਣਾ ਲਾਂ ਇਸ ਦੇ ਵਿੱਚ ਜਿਹੜਾ ਨॉन ਸਟੈਟਿਕ ਹੋਵੇ, ਨॉन ਸਟੈਟਿਕ ਨੂੰ ਕਾਲ ਕਰ ਸਕਦਾ ਹੈ। ਕਲੀਅਰ ਹੈ। ਆਪਾਂ ਇਸ ਨੂੰ ਥੋੜਾ ਜਿਹਾ ਹੋਰ ਜਦੋਂ ਆਪਾਂ ਅਗਲੇ ਲੈਕਚਰ 'ਚ ਸਟੈਟਿਕ ਕਰਾਂਗੇ ਉਸ 'ਚ ਥੋੜਾ ਜਿਹਾ ਹੋਰ ਐਕਸਪਲੇਨ ਕਰਾਂਗੇ। ਫਿਲਹਾਲ ਆਪਾਂ ਇਸ ਨੂੰ ਥੋੜਾ ਸਿੰਪਲੀਫਾਈ ਕਰਨ ਦੇ ਲਈ ਮੈਂ ਕੀ ਕਰ ਦਿੰਦਾ, ਇੱਕ ਕਲਾਸ ਹੀ ਹੋਰ ਬਣਾ ਲੈਣਾ, ਕਲਾਸ ਫਸਟ, ਉਸ ਦੇ ਵਿੱਚ ਰੱਖ ਲਿਆ ਮੈਂ ਮੈਥਡ 1।
क्लीयर है ना, थोड़ा जिहा सिंपलीफाई हो गया। ऑब्जेक्ट किस दा बना लांगे आपां, फर्स्ट क्लास दा, ठीक है। अगर थोड़ी जी उत्थे कन्फ्यूजन हो रही है स्टैटिक दी, क्योंकि आपां कीता नहीं होया हले, आपां उसनूं हले कट दिंदे आ, सिंपल उसनूं होर थोड़ा सिंपल करते हैं। इस फंक्शन इस प्रोग्राम दे विच अपनी दो क्लासिस है, एक क्लास है फर्स्ट, ठीक है, जिस च कल्ला एक मैथड है, मैथड 1, वो की कर रहा है, दिस इज ए मैथड 1। एक क्लास है XYZ जो पब्लिक स्टैटिक वॉइड मेन है। आपां हुण अगर आपां इत्थे देखिए मैथड 1 कॉल करना है, किवें कॉल करांगे है ना, मैथड 1 आपां जब जिवें प्रोग्राम अपने ऊप्स दे कंसैप्ट है, आपां इस मैथड नूं कॉल करना है, दिस मीनस ये ऑब्जेक्ट दे थ्रू ही कॉल होਊਗਾ। ਆਪਾਂ ਕੀ ਕੀਤਾ ਹੈ, ਪਹਿਲਾਂ ਉਸ ਦਾ ਆਬਜੈਕਟ ਬਣਾਵਾਂਗੇ, ਕਿਵੇਂ ਬਣਾਵਾਂਗੇ, ਫਸਟ ਦਾ ਆਬਜੈਕਟ ਬਣਾਇਆ obj is equal to new first। ਆਪਾਂ ਸਿੰਪਲ ਇੱਕ ਲਾਈਨ 'ਚ ਵੀ ਲਿਖ ਸਕਦੇ ਹਾਂ, ਜਾਂ ਇਸ ਕੋਡ ਨੂੰ ਆਪਾਂ ਦੋ ਪਾਰਟਸ 'ਚ ਵੀ ਡਿਵਾਈਡ ਕਰ ਸਕਦੇ ਹਾਂ। फर्स्ट obj is equal to new first, रेफरेंस क्रिएट किया है, देन एक ब्लॉक क्रिएट करके रेफरेंस नूं आपां उस नूं रेफर करता है। इस नूं आपां सेम लाइन च भी कर सकते हैं, मतलब फर्स्ट ऑब्जेक्ट इज इक्वल टू न्यू फर्स्ट, वो अपनी चॉइस है, आपां एक लाइन च लिखना है कि दो लाइनां च लिखना है। हुण इस मैथड नूं किवें कॉल करांगे, ऑब्जेक्ट दे थ्रू। प्रोग्राम कंपाइल किया है, रन किया है, ठीक है ना, मेन मैथड, दिस इज ए मैथड 1। हाँ जी, हुण इस तो नहीं कोई कन्फ्यूजन, आपां दो क्लासिस क्रिएट कर लिया है ना। हुण दो क्लासिस है, एक क्लास का नाम फर्स्ट है, एक दा XYZ। अपना जिहड़ी फाइल है आपां किस नेम ते सेव करनी है, जिस नाम ते अपना, जिस दे विच अपना की है मेन फंक्शन है। क्लीयर है, जिस दे विच अपना मेन फंक्शन है, उस नेम की आपां फाइल सेव करनी है। लाइक आपां इत्थे एक चीज़ होर थोड़ा जिहा एक्सप्लेन कर लईए, आपां सारा कुछ कट दिंदे हां बाकी फाइल्स। मेरी एक क्लास है, इस दे विच एक प्रोग्राम XYZ.java, उस दो क्लासिस है, एक क्लास फर्स्ट, एक क्लास XYZ, ठीक है। इसनूं जदों मैं कंपाइल करा, इस जगह ते कंपाइल करके देखते हैं, जावा सी XYZ जदों कंपाइल किया है तो दो क्लास फाइल्स बनियां, ये देखो, एक फर्स्ट डॉट क्लास, एक XYZ डॉट क्लास। क्लीयर है, जिन्नियां क्लासिस होणगियां, जिन्ने आपां इस क्लासिस क्रिएट कीतियां हुई फंक्शन च, उन्नियां ही अपनी क्लासिस इत्थे सानू नजर आउणगियां। एक दा XYZ.java है, एक XYZ क्लास है, एक फर्स्ट डॉट क्लास है। हुण फर्स्ट डॉट क्लास च की है, मैथड 1, ठीक है, एंड XYZ क्लास दे विच की है, मेन मैथड है। सो आपां रन किस नूं करांगे, फर्स्ट नूं के XYZ नूं करांगे, बिकॉज उस दे विच की है अपना मेन मैथड है। की इसका नाम अलग हो सकता है, सपोज ऊपर वाले का नाम मैं रखदा फर्स्ट, नीचे वाले का रखदा सेकंड, क्लास सेकंड, ठीक है। इसनूं दोनों नूं डिलीट कर दिंदे आ, फिर क्लीयर होगी चीज़। अपनी फाइल का नाम की है अपना XYZ.java। ध्यान नाल देखो, एक क्लास है फर्स्ट, एक क्लास है सेकंड, फाइल का नाम की है XYZ.java। तीनों चीज़ां अलग अलग है, एक क्लास का नाम फर्स्ट, एक का सेकंड, फाइल का नाम XYZ.java। हुण इसनूं मैं कंपाइल करके देखना, जावा सी XYZ.java। ਇੱਥੇ ਹੁਣ ਕੀ ਬਣ ਗਿਆ, ਇੱਕ ਫਸਟ ਕਲਾਸ ਬਣੀ ਹੈ, ਫਸਟ ਡਾਟ ਕਲਾਸ, ਇੱਕ ਸੈਕਿੰਡ ਡਾਟ ਕਲਾਸ। ਹੁਣ ਇੱਥੇ ਇਹ ਤਾਂ ਨਹੀਂ ਬਣੀ ਜਿਹੜੀ ਆਪਣੀ ਮੇਨ ਵਾਲੀ ਸੀ, ਵੀ ਜਿਹੜਾ ਮੇਨ, ਹੁਣ ਮੇਨ ਕਿਹੜੀ ਹੈ ਆਪਣੀ, ਇਸ 'ਚ ਸੈਕਿੰਡ ਡਾਟ ਹੈ। ਕਲੀਅਰ ਹੈ ਨਾ, ਸੈਕਿੰਡ ਡਾਟ ਕਲਾਸ ਜਿਹੜੀ ਹੈ ਉਹ ਕਿਹੜੀ ਹੈ ਆਪਣੀ ਮੇਨ ਕਲਾਸ ਹੈ। ਹੁਣ ਇੱਥੇ ਅਗਰ ਆਪਾਂ ਧਿਆਨ ਦਈਏ,
थोड़े जिहा मैं इसनूं इस तरीके रख लेना भी आपां नूं नज़र आ जाए सारा कुछ। एक अपना फोल्डर है जिस च आपां ने क्लास है, आपां फाइल बनाई है xyz.java, दैन ਜਿਹੜੀ ਆਪਣੀ xyz.java ਹੈ ਉਸ ਦੇ ਵਿੱਚ ਆਪਣੀ ਇੱਕ ਫਸਟ ਕਲਾਸ ਹੈ, ਇੱਕ ਸੈਕਿੰਡ ਹੈ। ਜਦੋਂ ਮੈਂ ਉਸਨੂੰ ਕੰਪਾਈਲ ਕੀਤਾ java c xyz.java, ਉਦੋਂ ਦੋ ਕਲਾਸਿਸ ਬਣ ਗਈਆਂ ਇੱਥੇ, ਫਸਟ ਡਾਟ ਕਲਾਸ ਤੇ ਸੈਕਿੰਡ ਡਾਟ ਕਲਾਸ। ਹੁਣ ਜਦੋਂ ਮੈਂ ਰਨ ਕਰਨਾ ਹੈ, ਮੈਂ ਕਿਹਨੂੰ ਰਨ ਕਰੂੰਗਾ? ਹੁਣ ਮੈਂ ਇੱਥੇ xyz ਨਹੀਂ ਲਿਖ ਸਕਦਾ, ਉਹ ਕਹੂਗਾ xyz ਜਿਹੜਾ ਹੈ ਕੋਈ ਕਲਾਸ ਨਹੀਂ ਹੈ ਜਾਂ ਉਸ ਦੇ ਵਿੱਚ ਕੋਈ ਮੇਨ ਨਹੀਂ ਹੈ। ਆਪਾਂ ਉਸਨੂੰ ਰਨ ਕਿਸ ਨੂੰ ਕਰਨਾ ਹੈ? ਆਪਾਂ ਰਨ करना है जिस च अपना मेन है, मेन किस च सी? सैकेंड दे विच। क्लीयर है ना? कंपाइल किस नाल कीता है? फाइल नेम दे नाल। फाइल नेम की है? xyz.java। रन किस नाल करना है? जिस क्लास दे विच मेन है, मेन किस च है? सैकेंड क्लास च है। हुण ये जरूरी नहीं है भी अपना जिस च जेड़ा साडा क्लास नेम है उही साडी फाइल नेम होवे, ये कंपलसरी नहीं है। बट अगर अलग अलग रखिया है, सानू याद रखना पैना है कंपाइल आपां हमेशा फाइल नू करना है, रन हमेशा आपां मेन क्लास नू करना है जिस च मेन मैथड। नैक्सट चीज, अगर किसी क्लास दे अगे पब्लिक लिखिया है, इसनू मैं दोबारा डिलीट कर दिंदे आ क्योंकि जो आप कंपाइल करते हैं क्लास फाइल दोबारा बन ही जाऊगी। मैं सैकेंड क्लास के अगे की लिखता है? पब्लिक। प्रोग्राम नू कंपाइल करते हैं, कंपाइल आपां। हुण की एरर आ गया? क्लास सैकेंड इज पब्लिक, शुड बी डिक्लेयर्ड इन ए फाइल नेम्ड second.java। अगर अपनी क्लास पब्लिक नहीं है फिर तो फाइल का नाम जो मर्जी हो सकता है, बट अगर क्लास जिहड़ी साडी पब्लिक है तो साडी क्लास का नेम ते फाइल का नेम सेम होना कंपलसरी है। मतलब इस फाइल का नाम की होना चाहिए? साडा second.java। ठीक है, xyz की लोड़ नहीं सानू, क्योंकि क्लास के अगे आपां की लिखिया? पब्लिक। सो अगर किसी क्लास के अगे पब्लिक लिखिया है तो क्लास का नाम ते फाइल का नाम सेम होना कंपलसरी है। अपनी हुण क्लास का नाम की है? second.java ते फाइल का नाम भी second.java second। ठीक है, मेन मैथड, दिस इज ए मैथड 1। क्लास सैकेंड की है अपनी पब्लिक, इसनू भी मैं पब्लिक बना लेना है। फाइल सेव, हुण कंपाइल करके देखिए की आ गया? क्लास फर्स्ट इज पब्लिक, शुड बी डिक्लेयर्ड इन फाइल नेम्ड first.java। जिहड़ी फर्स्ट क्लास है वो की है? पब्लिक है, तो किस नाम ते होनी चाहिए? first.java ते। हुण इस प्रोग्राम नू मैं first.java ते अगर सेव करना है फिर आ जाऊगा भी क्लास सैकेंड भी पब्लिक है, इनू सैकेंड ते सेव करो। सो क्लास का नाम तो फाइल का नाम तो एक ही हो सकता है ना। दिस मीनस एक प्रोग्राम दे विच केवल एक ही पब्लिक क्लास हो सकती है। एक प्रोग्राम दे विच एक तो ज़्यादा पब्लिक क्लासेस आपां नहीं क्रिएट कर सकते। जिहड़े बेसिक नोटेशंस है जावा दे रूल्स के अकॉर्डिंग आपां देख दईए, एक जो अपना प्रोग्राम है उस एक तो ज़्यादा पब्लिक क्लास नहीं होगी। ठीक है, आप इसनूं ही थोड़ा जिहा मॉडिफाई करते हैं। हुण शायद क्लीयर हो गई होनी ये चीज़ तो। क्लास सम, क्लास मेन क्लास, सम क्लास, सेव एज मेन क्लास डॉट जावा। थोड़ा जिहा नाम आपां उस दे अकॉर्डिंग ही रख लेने। ठीक है, जावा की नोटेशंस यही है ना भी ये क्लास का नाम जो है वह फस्ट करैक्टर कैपिटल ही होना चाहिए। बाकी चीज़ां आपां डिलीट कर दी, जरूरत नहीं है, इसकी जरूरत नहीं। ये तो मैं केवल तुहानूं समझाउण दे लई डिलीट कर रहा, आपां नूं जरूरत नहीं है वैसे डिलीट करन दी, वो अपने आप ओवरराइट होंदे जांदे आ।
ਆਪਾਂ ਇੱਕ ਕਲਾਸ ਬਣਾਈ ਸਮ ਦੇ ਵਿੱਚ ਸਾਨੂੰ ਕੀ ਚਾਹੀਦਾ ਹੈ ਇੰਟੀਜ਼ਰ, ਜਾਂ ਆਪਾਂ ਰੈਕਟੈਂਗਲ ਦੀ ਗੱਲ ਕਰੀਏ ਰੈਕਟੈਂਗਲ ਕਲਾਸ 'ਚ ਸਾਨੂੰ ਕੀ ਚਾਹੀਦਾ ਲੈਂਥ, ਬ੍ਰੈਡਥ, ਏਰੀਆ, ਪੈਰੀਮੀਟਰ। ਠੀਕ ਹੈ, ਇੱਕ ਕਲਾਸ ਜੋ ਹੈ ਰੈਕਟੈਂਗਲ, ਹੁਣ ਕੋਹੀਜ਼ਨ ਜੋ ਆਪਾਂ ਕੀਤੇ ਸੀ ਸਟਾਰਟਿੰਗ ਦੇ ਵਿੱਚ ਗੱਲ, ਮਤਲਬ ਆਪਣੇ ਆਪ 'ਚ ਕੰਪਲੀਟ ਹੋਣੀ ਚਾਹੀਦੀ ਹੈ। ਉਸ 'ਚ ਜਿੰਨੇ ਵੇਰੀਏਬਲਸ ਆ ਲੈਂਥ, ਬ੍ਰੈਡਥ, ਏਰੀਆ, ਪੈਰਾਮੀਟਰ ਦੀ ਜ਼ਰੂਰਤ ਹੈ ਉਹ ਵੀ ਲਓ, ਹੋਰ ਕੁਝ ਹੋ ਸਕਦਾ XYZ ਉਹ ਵੀ ਆਪਾਂ ਵੇਰੀਏਬਲਸ ਲੈ ਸਕਦੇ ਹਾਂ। ਇੱਕ ਫੰਕਸ਼ਨ ਬਣਾ ਲਿਆ ਆਪਾਂ void ਇਨਪੁਟ ਡਾਟਾ, ਇਸ ਤਰੀਕੇ ਹੋਊਗਾ ਇਨਪੁਟ ਦਾ I small ਤੇ ਡਾਟਾ ਦਾ D capital, length is equal to 10, breadth is equal to 20, void calculate area, area किस दे इक्वल है A is equal to L into B, then system dot out dot print area is equal to A। Similarly एक आप बना लिए void calculate parameter, फार्मूला की होता है पैरामीटर का P is equal to L plus L जगह होंगे 2L plus 2B। चेक कर लियो यही होंगे ना। एक चीज़ हो रहा है जो काफ़ी बार स्टार्टिंग च गलती करते स्टूडेंट, वैसे तुसी तो नहीं करोगे, आप इस तरीके लिख लेने P is equal to 2L plus 2B जो मैथमेटिकली है, बट जो कंप्यूटर की गल कर रहे हैं उन्होंने 2L का कुछ नहीं पता, उन्हें कहना 2L की अनडिफाइंड सिंबल है, 2L नाम की कोई चीज़ नहीं है। सो सानू लिखना पैना 2 into L, 2 into B, डॉट भी नहीं चलूगा, ठीक है ना, मल्टीप्लाई ही पाना पैना पैरामीटर। क्लियर है, हुणे एक क्लास बन गई, इस अपने 2 मैथड है, 3 मैथड है। कोई भी प्रोग्राम लिखना उसकी आइडेंटिटेशन जरूर देनी है। आइडेंटिटेशन मतलब प्रोग्राम रीडेबल होवे थोड़ा जिहा, केड़ा फंक्शन कित्थे शुरू हो रहा है कित्थे खत्म हो रहा है, एंटर लगा दो, ठीक है ना। हर एक फंक्शन तो बाद थोड़ा जिहा कमेंट लिख दो किस फंक्शन का की परपज़ है। पैरामीटर कैलकुलेट किया है। हुण इस क्लास का आपां ऑब्जेक्ट बनावांगे मेन दे विच, किस क्लास का, रैक्टेंगल क्लास का। रैक्टेंगल क्लास दा ऑब्जेक्ट OBJ रैक्ट क्लास, मैथड किहड़े ऑब्जेक्ट दे नाल कॉल करने, इनपुट डाटा ऑब्जेक्ट डॉट कैलकुलेट एरिया ऑब्जेक्ट डॉट कैलकुलेट पैरामीटर। इसकी जरूरत नहीं है, ठीक है। 2 क्लासेस रैक्टेंगल वेरिएबल डिक्लेयर किते, लाइक एक चीज़ होर सी दे विच आपां C++ च आपां करदे सी प्राइवेट ते फंक्शनस नूं करदे सी पब्लिक, ठीक है, क्योंकि बाय डिफॉल्ट उहदे विच सारे की हुंदे सी प्राइवेट हुंदे सी C++ च। जो जावा है, जावा च बाय डिफॉल्ट प्राइवेट नहीं हुंदे, पब्लिक भी नहीं हुंदे। पब्लिक विद इन द पैकेज वो पब्लिक एक्ट करते हैं। आप समझण दे लई शुरू च आपां सोच लैंदे भी बाय डिफॉल्ट पब्लिक है, बट आउटसाइड द पैकेज नहीं चलणगे। बाय डिफॉल्ट हुंदे आ फ्रेंडली। फ्रेंडली मतलब कुछ पब्लिक वर्गे, पूरी तरह पब्लिक नहीं, कुछ पब्लिक दी तरह, कुछ उस प्राइवेट के करैक्टरिस्टिक्स भी होंगे। जो आप पैकेजिज करांगे उस क्लीयर होगा। फिलहाल तुसीं ये याद रखना है, लाइक C++ बाय डिफॉल्ट प्राइवेट सी, जावा दे विच बाय डिफॉल्ट प्राइवेट नहीं है, बाय डिफॉल्ट फ्रेंडली है। फ्रेंडली का मतलब की है विद इन द पैकेज वो पब्लिक है, बस। फ्रेंडली का मतलब विद इन द पैकेज पब्लिक,
ਵਿਦ ਇਨ ਦਾ ਪੈਕੇਜ ਵਰਡ ਜ਼ਰੂਰ ਯੂਜ਼ ਕਰਨਾ ਹੈ। ਵਿਦ ਇਨ ਦਾ ਪੈਕੇਜ ਮਤਲਬ ਤੁਸੀਂ ਸਮਝਣ ਦੇ ਲਈ ਹਲੇ ਕਹਿ ਸਕਦੇ ਹੋ ਫੋਲਡਰ, ਉਸ ਫੋਲਡਰ ਦੇ ਅੰਦਰ ਤਾਂ ਚੱਲੂਗੇ ਬਟ ਆਊਟਸਾਈਡ ਦਾ ਫੋਲਡਰ ਨਹੀਂ ਚੱਲ ਸਕਦੇ ਜਿਹੜੇ ਫਰੈਂਡਲੀ ਹੈ। ਪਲੱਸ ਜਾਵਾ, ਜਿਵੇਂ C++ ਚ ਆਪਾਂ ਐਵੇਂ ਲਿਖਦੇ ਸੀ ਪ੍ਰਾਈਵੇਟ, ਜਾਵਾ ਚ ਅਗਰ ਲਿਖਣਾ ਹੈ ਇਸ ਨੂੰ ਨਾਲ ਲਿਖਣਾ ਪੈਣਾ ਐਵੇਂ ਪਬਲਿਕ, ਪਬਲਿਕ, ਠੀਕ ਹੈ। ਕੋਲਨ ਲਗਾ ਕੇ ਨਹੀਂ ਚਲਾਣਾ, ਹਰੇਕ ਦੇ ਨਾਲ ਜਿੰਨੇ ਵੇਰੀਏਬਲ ਡਿਕਲੇਅਰ ਕਰਨੇ ਆ, ਜਿੰਨੇ ਫੰਕਸ਼ਨ ਡਿਕਲੇਅਰ ਕਰਨੇ ਉਹਨਾਂ ਸਾਰਿਆਂ ਦੇ ਅੱਗੇ ਆਪਾਂ ਨੂੰ ਇੱਥੇ ਪਬਲਿਕ ਲਿਖਣਾ ਪੈਣਾ ਹੈ ਜਾਂ ਪ੍ਰਾਈਵੇਟ ਲਿਖਣਾ ਪੈਣਾ, ਅਗਰ ਜੋ ਵੀ ਆਪਾਂ ਉਸਦਾ ਅਸੈਸ ਸਪੈਸੀਫਾਇਰ ਦੇਣਾ ਚਾਹੁੰਦੇ ਆ। ਫਿਲਹਾਲ ਮੈਂ ਨਹੀਂ ਲਿਖ ਰਿਹਾ ਕੋਈ, ਫਸਟ ਐਗਜ਼ਾਮਪਲ ਅੱਗੇ ਜਾ ਕੇ ਕਰਾਂਗੇ। ਇਹ ਬਾਈ ਡਿਫਾਲਟ ਕੀ ਹੈ, ਫਰੈਂਡਲੀ ਹੈ। ਫਰੈਂਡਲੀ ਮਤਲਬ ਵਿਦ ਇਨ ਦਾ ਪੈਕੇਜ ਪਬਲਿਕ ਹੈ, ਮਤਲਬ ਹਲੇ ਆਪਾਂ ਵਿਦਆਊਟ ਪੈਕੇਜ ਕੰਮ ਕਰ ਰਹੇ ਹਾਂ, ਕੋਈ ਹੋਰ ਪੈਕੇਜ ਨਹੀਂ ਕ੍ਰੀਏਟ ਕਰ ਰਹੇ ਤਾਂ ਸਾਨੂੰ ਉੱਥੇ ਕੁਝ ਪਬਲਿਕ ਲਿਖਣ ਦੀ ਜ਼ਰੂਰਤ ਨਹੀਂ ਹੈ। ਰੈਕਟੈਂਗਲ ਕਲਾਸ, ਵੇਰੀਏਬਲਸ ਕ੍ਰੀਏਟ ਕਰ ਲਏ, 3 ਮੈਥਡਸ ਕਰ ਲਏ। ਮੈਂ ਵੀ ਟਰਮ ਬਾਰ-ਬਾਰ ਯੂਜ਼ ਕਰਦਾ ਫੰਕਸ਼ਨ, ਬਟ ਆਪਾਂ ਫੰਕਸ਼ਨ ਨਹੀਂ ਲਿਖਣਾ, ਐਗਜ਼ਾਮ ਦੇ ਵਿੱਚ ਵੀ ਆਪਾਂ ਮੈਥਡ ਵਰਡ ਹੀ ਲਿਖਣਾ ਹੈ। 3 ਮੈਥਡ ਕ੍ਰੀਏਟ ਕੀਤੇ ਆ, ਇਨਪੁਟ ਡਾਟਾ, ਕੈਲਕੂਲੇਟ ਏਰੀਆ ਐਂਡ ਕੈਲਕੂਲੇਟ ਪੈਰਾਮੀਟਰ। ਮੇਨ ਦੇ ਵਿੱਚ ਉਸ ਕਲਾਸ ਦਾ ਆਪਾਂ ਆਬਜੈਕਟ ਕ੍ਰੀਏਟ ਕੀਤਾ ਹੈ, ਰੈਕਟ ਕਲਾਸ ਦਾ ਹੈ। ਦੈਨ ਆਬਜੈਕਟ ਡਾਟ ਇਨਪੁਟ, ਆਬਜੈਕਟ ਡਾਟ ਕੈਲਕੂਲੇਟ ਏਰੀਆ ਐਂਡ ਆਬਜੈਕਟ ਡਾਟ ਕੈਲਕੂਲੇਟ ਪੈਰਾਮੀਟਰ। ਇੱਥੇ ਤੱਕ ਕੋਈ ਕਨਫਿਊਜ਼ਨ ਹੋਵੇ ਕਿਸੇ ਨੂੰ? ਹਾਂਜੀ, ਕਲੀਅਰ ਹੈ ਨਾ? ਇਹ ਲਾਸਟ ਵਾਲੀ 2-3 ਲਾਈਨਾਂ ਫालतू ਹੀ ਹੈ, ਕਮੈਂਟ 'ਚ ਚੈਟ ਦੇ ਵਿੱਚ ਮੈਂ ਐਡ ਕਰਤਾ ਉਹ, ਆਪਾਂ ਰਨ ਕਰਕੇ ਦੇਖ ਲਈਏ। ਅਗਰ ਕੋਈ ਕਨਫਿਊਜ਼ਨ ਹੈ ਤਾਂ ਆਪਾਂ ਉਸ ਨੂੰ ਦੂਰ ਕਰ ਲੈਂਦੇ ਹਾਂ। ਕੰਪਾਈਲ ਕਰੀਏ ਪਹਿਲਾਂ ਪ੍ਰੋਗਰਾਮ। ਕੀ ਹੈ ਆਪਣਾ ਪ੍ਰੋਗਰਾਮ ਦਾ ਨਾਮ? ਮੇਨ ਕਲਾਸ, ਸੌਰੀ ਡਾਟ ਜਾਵਾ ਪਾਣਾ, ਮੇਨ ਕਲਾਸ ਡਾਟ ਜਾਵਾ। ਹੁਣ ਇੱਕ ਚੀਜ਼ ਹੋਰ ਯਾਦ ਰੱਖਣੀ ਹੈ, ਜੋ ਆਪਣੇ ਜਿਹੜੇ ਕਰੈਕਟਰ ਸਮॉल ਰੱਖਿਆ ਉਹਨੂੰ ਸਮॉल ਰੱਖਣਾ, ਜਿਹੜੇ ਕੈਪੀਟਲ ਉਹਨੂੰ ਕੈਪੀਟਲ। ਮੇਨ ਕਲਾਸ ਏਰੀਆ ਇਜ਼ ਇਕੁਅਲ ਟੂ 200, ਪੈਰੀਮੀਟਰ ਇਜ਼ ਇਕੁਅਲ ਟੂ 60, ਠੀਕ ਹੈ ਨਾ, ਜੋ ਆਪਣਾ ਕਲਾਸ ਦੇ ਅਕੋਰਡਿੰਗ ਹੈ। ਦੈਨ ਸਿੰਪਲ ਐਗਜ਼ਾਮਪਲ ਹੈ। ਹੁਣ ਅਗਰ ਆਪਾਂ ਇਸ ਨੂੰ ਥੋੜਾ ਜਿਹਾ ਹੋਰ ਮੋਡੀਫਾਈ ਕਰੀਏ, ਜੋ ਇਨਪੁਟ ਡਾਟਾ ਹੈ ਇਸ ਨੂੰ ਅਗਰ ਆਪਾਂ ਵਿਦ ਆਰਗੂਮੈਂਟ ਕ੍ਰੀਏਟ ਕਰਨਾ ਚਾਹੁੰਦੇ ਹਾਂ, ਆਰਗੂਮੈਂਟ ਦਾ ਮਤਲਬ ਕੀ ਹੈ? ਲਾਈਕ ਹੁਣ ਮੈਂ ਬਣਾਇਆ ਹੈ void input data, ਮੈਂ ਇੱਥੇ ਵੈਲਿਊ ਦੇਤੀ L20 B20। ਜਦੋਂ ਕਾਲ ਕੀਤਾ ਮੈਂ ਲਿਖਤਾ ਹੈ object dot input data, ਕੰਟਰੋਲ ਇੱਥੇ ਗਿਆ, ਉਸਨੇ ਇਹ ਚੀਜ਼ ਐਕਸੀਕਿਊਟ ਕਰਤੀ। ਵਿਦ ਪੈਰਾਮੀਟਰ ਦਾ ਮਤਲਬ ਕੀ ਹੈ? ਮੈਂ ਇੱਥੇ ਕੁਝ ਵੈਲਿਊਜ਼ ਦਊਂਗਾ, int x, int y, ਜਿੰਨੀਆਂ ਵੈਲਿਊਜ਼ ਆਪਾਂ ਪਾਸ ਕਰਨੀਆਂ ਚਾਹੁੰਦੇ ਹਾਂ। ਇੱਥੇ ਮੈਂ ਲਿਖਤਾ ਹੈ L is equal to x ਤੇ b is equal to y। ਦੋ ਆਰਗੂਮੈਂਟ ਹੈ, int x, int y, L is equal to x, b equal to y। ਹੁਣ ਜਦੋਂ ਆਪਾਂ ਇੱਥੇ ਕਾਲ ਕਰਨਾ ਹੈ, ਕਾਲ ਦੇ ਨਾਲ ਵੀ ਮੈਨੂੰ ਇੱਥੇ ਪਾਸ ਕਰਨੇ ਪੈਣੇ ਆ, ਲਾਈਕ 10 ਤੇ 20, ਜਿਹੜੇ ਆਪਾਂ ਇੱਥੇ ਵੈਲਿਊਜ਼ ਪਾਸ ਕਰਨੀਆਂ। ਇਹ 10 ਕਿਸ 'ਚ ਗਿਆ? x ਦੇ ਵਿੱਚ, x ਤੋਂ ਕਾਪੀ ਹੋ ਗਿਆ L ਦੇ ਵਿੱਚ। 20 ਗਿਆ y ਦੇ ਵਿੱਚ, y ਤੋਂ ਕਾਪੀ ਹੋ ਗਿਆ ਉਹ b ਦੇ ਵਿੱਚ। ਵਿਦ ਪੈਰਾਮੀਟਰ, ਵਿਦ ਆਰਗੂਮੈਂਟ, ਜਦੋਂ ਆਪਾਂ ਕਿਸੇ ਮੈਥਡ ਨੂੰ ਵਿਦ ਆਰਗੂਮੈਂਟ ਕ੍ਰੀਏਟ ਕਰਨਾ ਹੈ, ਲਾਈਕ ਇਸ ਦੇ ਵਿੱਚ ਹੀ ਆਪਾਂ ਬਣਾਉਂਦੇ ਹਾਂ। ਥੋੜਾ ਜਿਹਾ ਪ੍ਰੋਗਰਾਮ ਦੇ ਵਿੱਚ ਦੇਖੀਏ, int x, int y, L is equal to x, b is equal to
y। ਹੁਣ ਇਨਪੁਟ ਡਾਟਾ ਹੈ, ਦਿਸ ਮੀਨਸ ਇਹ ਦੋ ਵੈਲਿਊਜ਼ ਅਸੈਪਟ ਕਰ ਰਿਹਾ ਕਦੋਂ, ਜਦੋਂ ਆਪਾਂ ਇੱਥੋਂ ਉਹਨੂੰ ਪਾਸ ਕਰ ਰਹੇ ਹਾਂ 10 20 ਜਾਂ ਕੋਈ ਵੀ ਹੋਰ ਲਿਖ ਲੈਂਦੇ ਹਾਂ, ਆਨਸਰ ਚੇਂਜ ਆ ਜਾਊਗਾ 4,5। 4 ਕਿਸ 'ਚ ਪਾਸ ਹੋ ਗਿਆ ਆਪਣਾ x ਦੇ ਵਿੱਚ, 5 ਕਿਸ 'ਚ ਪਾਸ ਹੋ ਗਿਆ y ਦੇ ਵਿੱਚ, ਦੈਨ x ਨੂੰ ਮੈਂ ਕਿਸ 'ਚ ਪਾ ਲਿਆ l ਦੇ ਵਿੱਚ, y ਨੂੰ ਕਿਸ 'ਚ ਕਾਪੀ ਕਰ ਲਿਆ b ਦੇ ਵਿੱਚ। ਇਸ ਦੇ ਲਈ ਅਗਰ ਤੁਹਾਨੂੰ ਫੰਕਸ਼ਨਸ ਵਗੈਰਾ ਦੀ ਕੁਝ ਵੀ ਪ੍ਰੋਬਲਮ ਹੈ, ਤੁਸੀਂ ਇੱਕ ਮੈਂ ਦੇਖਦਾ ਅਗਰ ਲਿੰਕ ਹੈ, ਲਿੰਕ ਮੈਂ ਚੈਟ ਦੇ ਵਿੱਚ ਰੱਖ ਦਿੰਦਾ ਹੈ। ਇਹ ਮੇਰੇ ਇੱਕ C++ ਦੇ ਵਿੱਚ ਦੋ ਵੀਡੀਓਜ਼ ਬਣਾਏ ਹੋਏ ਆ ਮੈਂ ਫੰਕਸ਼ਨਸ ਤੇ, ਉਹ ਜ਼ਰੂਰ ਦੇਖਿਓ ਅਗਰ ਕਿਸੇ ਨੂੰ ਵੀ ਰਿਟਰਨ ਜਾਂ ਆਰਗੂਮੈਂਟ ਦੇ ਵਿੱਚ ਕੋਈ ਵੀ ਪ੍ਰੋਬਲਮ ਹੈ। ਜੋ C++ ਦੇ ਵਿੱਚ ਜੋ ਕਲਾਸਿਸ ਹੈ ਜਾਂ ਜਾਵਾ ਦੇ ਵਿੱਚ ਕਲਾਸਿਸ ਹੈ, ਉਹਦੇ ਲਈ ਸਾਨੂੰ ਇਕੱਲੇ ਦੋ ਟੌਪਿਕ ਚਾਹੀਦੇ ਹੈ ਜਦੋਂ ਸਾਨੂੰ ਕਲਾਸਿਸ ਸਮਝ ਆਉਣ ਦੇ ਲਈ, ਇੱਕ ਫੰਕਸ਼ਨ ਇੱਕ ਸਟਰਕਚਰ। ਉਹ ਦੋਨੇ ਵੀਡੀਓਜ਼ ਤੁਸੀਂ ਜ਼ਰੂਰ ਦੇਖ ਲਿਓ C++ ਵਾਲੇ, ਮੈਂ ਕਮੈਂਟ ਦੇ ਵਿੱਚ ਲਿਖ ਵੀ ਦਿੰਦਾ, ਉੱਥੇ ਲਿੰਕ ਵੀ ਪਾ ਦਿੰਦਾ ਜਾਂ ਚੈਟ ਦੇ ਵਿੱਚ ਵੀ ਲਿੰਕ ਪਾ ਦਿੰਦਾ, WhatsApp ਤੇ ਵੀ ਸੈਂਡ ਕਰ ਦੂੰਗਾ, ਉਹਨਾਂ ਨੂੰ ਜ਼ਰੂਰ ਦੇਖਿਓ। ਉਹਦੇ ਨਾਲ ਹੀ ਆਪਾਂ ਨੂੰ ਕਨਸੈਪਟ ਕਲੀਅਰ ਹੋਣਗੇ ਵੀ ਫੰਕਸ਼ਨ ਕੀ ਚੀਜ਼ ਹੈ, ਆਰਗੂਮੈਂਟ ਕੀ ਚੀਜ਼ ਹੈ, ਪੈਰਾਮੀਟਰ ਕੀ ਚੀਜ਼ ਹੈ। ਆਪਾਂ ਇਸ ਨੂੰ ਹੁਣ ਐਗਜ਼ੀਕਿਊਟ ਕਰਕੇ ਦੇਖਦੇ ਹਾਂ ਇੱਕ ਪ੍ਰੋਗਰਾਮ ਨੂੰ। ਜਾਵਾ ਸੀ main.java, java this 4 ਤੇ 5 4 into 5 20 4 plus 5 9 into 2 18, ਠੀਕ ਹੈ ਨਾ ਪੈਰਾਮੀਟਰ। ਹੁਣ ਇਹ ਜੇ 4 5 ਹੈ, ਇਹ 4 5 ਆਪਾਂ ਕਿਸੇ ਤਰੀਕੇ ਵੀ ਲੈ ਕੇ ਆ ਸਕਦੇ ਹਾਂ, ਲਾਈਕ ਮੈਂ ਇੱਥੇ ਦੋ ਵੇਰੀਏਬਲ ਲੈ ਲਾਂ, int x y, x ਨੂੰ ਮੈਂ ਸਕੈਨਰ ਦੇ ਥਰੂ ਇਨਪੁਟ ਕਰਾ ਲਾਂ, y ਨੂੰ ਸਕੈਨਰ ਦੇ ਥਰੂ ਇਨਪੁਟ ਕਰਾ ਲਾਂ, ਜਾਂ x ਨੂੰ ਮੈਂ ਕਮਾਂਡ ਲਾਈਨ ਤੋਂ ਲੈ ਆਵਾਂ। ਕਮਾਂਡ ਲਾਈਨ ਵਾਲਾ ਸਾਡਾ ਕੀ ਸਿੰਟੈਕਸ ਸੀ, ਇੰਟੀਜ਼ਰ ਡਾਟ ਪਾਰਸੈਂਟ, ਯਾਦ ਹੈ ਕੁਝ ਕੀ ਭੁੱਲ ਗਏ, ਆਰਗੂਮੈਂਟ 0 y is equal to integer dot parseint argument 1, ਇੱਥੇ ਮੈਂ ਪਾਸ ਕਰਦਾ x, y। ਮਤਲਬ ਦੋ ਵੇਰੀਏਬਲ ਲੈ ਲਿਆ ਆਪਾਂ x y, x ਦੇ ਵਿੱਚ ਕੀ ਪਾ ਲਿਆ ਕਮਾਂਡ ਲਾਈਨ ਦਾ ਆਰਗੂਮੈਂਟ ਫਸਟ, y ਦੇ ਵਿੱਚ ਆਰਗੂਮੈਂਟ ਸੈਕਿੰਡ। ਇਹ ਇੰਟੀਜ਼ਰ ਕੀ ਚੀਜ਼ ਸੀ, ਹਾਂਜੀ ਇੰਟੀਜ਼ਰ ਕੀ ਚੀਜ਼ ਸੀ, ਇਹ ਆਪਣੀ ਰੈਪਰ ਕਲਾਸ, ਯਾਦ ਹੈ ਕੁਛ ਕਮੈਂਟ ਹੈ ਨਾ, ਜੋ ਇਹ ਇੰਟੀਜ਼ਰ ਹੈ ਕੀ ਚੀਜ਼ ਹੈ ਆਪਣੀ ਰੈਪਰ ਕਲਾਸ ਹੈ। ਰੈਪਰ ਕਲਾਸ ਕਿਸ ਲਈ ਯੂਜ਼ ਹੁੰਦੀ ਸੀ, ਟੂ ਕਨਵਰਟ object into basic data type or basic data type into object, because in this case string is a class and argument is a object। ਜੋ ਆਰਗੂਮੈਂਟ ਹੈ ਉਹ ਆਬਜੈਕਟ ਹੈ। ਹੁਣ ਆਰਗੂਮੈਂਟ ਨੂੰ ਸਾਨੂੰ ਦਾ ਬੇਸਿਕ ਡਾਟਾ ਟਾਈਪ ਚ ਇੰਟੀਜ਼ਰ ਚ ਕਨਵਰਟ ਕਰਨਾ ਹੈ, ਸੋ ਵੀ ਨੀਡ ਰੈਪਰ ਕਲਾਸ। ਇੰਟੀਜ਼ਰ ਰੈਪਰ ਕਲਾਸ is used to convert, like simply we can say to string into an integer value and with the help of parseint method। ਹੁਣ ਇੱਥੇ ਇੱਕ ਧਿਆਨ ਦੇਣ ਵਾਲੀ ਗੱਲ ਹੋਰ ਵੀ ਹੈ, ਜਿਹੜਾ ਪਾਰਸੈਂਟ ਮੈਥਡ ਹੈ ਅਗਰ ਇਹ ਇੰਟੀਜ਼ਰ ਕਲਾਸ ਨਾਲ ਆਪਾਂ ਚਲਾ ਰਹੇ ਹਾਂ, ਕਲਾਸ ਨਾਲ ਪਾਰਸੈਂਟ ਮੈਥਡ ਚੱਲ ਸਕਦਾ ਹੈ? ਆਪਾਂ ਆਬਜੈਕਟ ਤਾਂ ਬਣਾਇਆ ਨਹੀਂ ਇੰਟੀਜ਼ਰ ਦਾ, ਮਤਲਬ ਅਗਰ ਮੈਂ ਕਹਾਂ ਇਹ ਮੇਰੇ ਖਿਆਲ ਨਾਲ ਕੁਝ ਐਸਾ ਹੋਣਾ ਚਾਹੀਦਾ ਸੀ, ਇੰਟੀਜ਼ਰ ਦਾ ਆਬਜੈਕਟ ਬਣਾਵਾਂ x is equal to new integer then x dot parseint, ਇੰਜ ਨਹੀਂ ਚੱਲਣਾ ਚਾਹੀਦਾ ਵੀ ਪਹਿਲਾਂ ਜੇ ਅਗਰ ਕਲਾਸ ਦਾ ਮੈਥਡ ਹੈ ਉਹ ਕਿਵੇਂ ਚੱਲਦਾ ਹੈ, ਕਲਾਸ ਦਾ ਮੈਥਡ ਚੱਲਦਾ ਹੈ ਪਹਿਲਾਂ ਆਪਾਂ ਉਹਦਾ ਆਬਜੈਕਟ ਬਣਾਓ, ਠੀਕ ਹੈ, ਫਿਰ ਆਪਾਂ ਉਸਨੂੰ ਆਪਾਂ ਆਬਜੈਕਟ ਦੇ ਥਰੂ ਕਾਲ ਕਰੋ, ਬਟ ਇਹ ਸਿੱਧਾ ਚੱਲ ਰਿਹਾ। ਇਸ ਦਾ ਮਤਲਬ ਪਾਰਸੈਂਟ ਕੀ ਹੈ, ਸਟੈਟਿਕ ਮੈਥਡ ਹੋਣਾ, ਠੀਕ ਹੈ ਨਾ। ਜਿਹੜਾ ਸਟੈਟਿਕ ਮੈਥਡ ਹੈ ਉਹਦੀ ਕੀ ਕੈਪੇਬਿਲਿਟੀ ਆਪਾਂ ਸ਼ੁਰੂ 'ਚ ਹੀ ਡਿਸਕਸ ਕੀਤਾ ਅੱਜ ਵਾਲੇ ਲੈਕਚਰ 'ਚ ਵੀ, ਉਹ ਵਿਦਆਊਟ ਆਬਜੈਕਟ ਚੱਲ ਸਕਦਾ ਹੈ। ਹੁਣ ਉਹ ਵਿਦਆਊਟ ਆਬਜੈਕਟ ਚਲਾ ਰਹੇ ਆਪਾਂ ਉਸਨੂੰ ਡਾਇਰੈਕਟਲੀ ਕਲਾਸ ਨੇਮ ਦੇ ਨਾਲ, ਠੀਕ ਹੈ ਨਾ। ਦਿਸ ਮੀਨਸ ਪਾਰਸੈਂਟ ਕੀ ਹੈ, ਇੱਕ ਸਟੈਟਿਕ ਮੈਥਡ ਹੋ ਸਕਦਾ ਹੈ। ਚਲੋ ਇਸ ਦੀ ਡਿਟੇਲ ਆਪਾਂ ਨਹੀਂ ਕਰਦੇ, ਫਿਲਹਾਲ ਆਪਾਂ ਕਰਦੇ ਹਾਂ ਸਟ੍ਰਿੰਗ ਲੈ ਆਰਗੂਮੈਂਟ ਦੇ ਵਿੱਚ ਫਸਟ ਨੂੰ ਮੈਂ x 'ਚ ਪਾ ਲਿਆ, ਸੈਕੰਡ ਨੂੰ y ਦੇ ਵਿੱਚ, ਉਸ x y ਨੂੰ ਮੈਂ ਕਿੱਥੇ ਪਾਸ ਕੀਤਾ ਇਨਪੁਟ ਦੇ ਵਿੱਚ। ਪ੍ਰੋਗਰਾਮ ਕਰਦੇ ਹਾਂ ਆਪਾਂ ਸੇਵ ਜ਼ਰੂਰ ਕਰਨਾ ਹੈ। ਇਹ ਇੱਕ ਚੀਜ਼ ਹੋਰ, ਸੇਵ ਕਰਕੇ ਸਿੱਧਾ ਰਨ ਨਹੀਂ ਕਰ ਦੇਣਾ, ਫਿਰ ਤੋਂ ਉਹੀ ਆਊਟਪੁੱਟ ਆਊਗੀ। ਪਹਿਲਾਂ ਕੰਪਾਈਲ ਕਰਦੇ ਹਾਂ,
ਹੁਣ ਮੈਂ ਕੰपाइल करके अगर रन करा प्रोग्राम ਚੱਲੂਗਾ ਇਹ एरर ਆਊਗਾ ਕੀ एरर ਆਊਗਾ ਵੀ ਆਪਾਂ ਉਸ ਕਮਾਂਡ ਲਾਈਨ ਆਰਗੂਮੈਂਟ ਨਹੀਂ ਪਾਸ ਕੀਤੇ ਕਿਹੜੇ ਆਰਗੂਮੈਂਟ ਇਹ ਵਾਲੇ ਕਿਉਂਕਿ ਆਪਾਂ ਦੋ ਆਰਗੂਮੈਂਟ ਹੁਣ ਪਾਸ ਕਰਨੇ ਆ 6 ਤੇ 7 6 into 7 42 आ गया then 6 plus 7 13 13 into 2 26 अपना किया गया पैरामीटर इस दा फायदा की है ਆਪਾਂ हर बार वैल्यू चेंज करो उस दे अकॉर्डिंग साडा आंसर आऊगा क्लियर है ना अगर ਆਪਾਂ कमांड लाइन आर्गूमेंट ਦੇ थ्रू भी वैल्यूज पास कर सकते हैं ਇਹ अपना टॉपिक ਕਿਹੜਾ ਹੈ पैरामीटर क्लासेस that contain method with argument इस क्लास ਦੇ ਵਿੱਚ ਜਿਹੜਾ ਮੈਥਡ ਹੈ ਉਹ ਕਿਸ ਟਾਈਪ ਦਾ ਹੈ ਵਿਦ ਆਰਗੂਮੈਂਟ ਟਾਈਪ ਦਾ ਹੈ ਕਲੀਅਰ ਹੈ ਆਈ ਥਿੰਕ ਇਹ ਚੀਜ਼ ਦੈਨ ਇੱਕ ਸਿੰਪਲ ਕਲਾਸ ਜੋ ਤੁਸੀਂ ਅੱਜ ਰਿਵਾਈਜ਼ ਕਰਨਾ ਹੈ ਜਾਂ ਅੱਜ ਇੰਨਾ ਕੀ ਕਰਦੇ ਆ ਆਪਾਂ ਇਸ ਲੈਕਚਰ 'ਚ ਇੱਕ ਸਿੰਪਲ ਕਲਾਸ ਵਾਲਾ ਪ੍ਰੋਗਰਾਮ ਬਣਾ ਲੈਣਾ ਇੱਕ ਵਿਦ ਆਰਗੂਮੈਂਟ ਵਾਲਾ ਬਣਾ ਲੈਣਾ ਠੀਕ ਹੈ ਕਿਹੜੇ ਪ੍ਰੋਗਰਾਮ ਬਣਾ ਕੇ ਦੇਖ ਲਿਓ ਤੁਸੀਂ greatest from two numbers and discriminant find करने वाला b square minus 4ac ठीक है ना ये दो प्रोग्राम है